ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਕੈਨੇਡਾ ਆਉਣ ਵਾਲਿਆਂ ਦੇ ਉੱਪਰ ਅਪ੍ਰੈਲ 21 ਤੱਕ ਲੱਗੀ ਰੋਕ, ਅਮਰੀਕਾ ਤੋਂ ਆਉਣ ਵਾਲਿਆਂ ਤੇ ਮਾਰਚ ਤੱਕ ਪਾਬੰਦੀ। ਰਾਜ ਗਰੇਵਾਲ ਅਕਤੂਬਰ ਦੇ ਵਿੱਚ ਕਰਨਗੇ ਟ੍ਰਾਇਲ ਦਾ ਸਾਹਮਣਾ, ਰਾਜ ਗਰੇਵਾਲ ਤੇ ਹਨ ਧੋਖਾਧੜੀ ਦੇ ਦੋਸ਼। ਅਮਰੀਕਾ ਦੇ ਵਿੱਚ ਠੰਡ ਦਾ ਕਹਿਰ, ਇਸ ਦੇ ਕਾਰਨ 21 ਲੋਕਾਂ ਦੀ ਮੌਤ, ਟੈਕਸਸ ਦੇ ਮੇਅਰ ਨੇ ਦਿੱਤਾ ਅਸਤੀਫਾ। ਅਲਬਰਟਾ ਨੇ ਐਲਾਨਿਆ ਡਰਾਅ, 60 ਪੁਆਇੰਟ ਹੇਠਾਂ ਆਇਆ CRS। ਕਿਸ ਨੂੰ ਦਿੱਤੀ ਜਾਵੇਗੀ ਪਹਿਲਾਂ ਵੈਕਸੀਨ, ਮੂਲ ਨਿਵਾਸ ਮਾਮਲਿਆਂ ਬਾਰੇ ਮੰਤਰੀ ਨੇ ਕੀਤਾ ਖੁਲਾਸਾ। ਕੈਨੇਡਾ ਦੇ ਵਿੱਚ ਲੱਗੀ ਟਰੈਵਲ ਰਿਸਟ੍ਰਿਕਸ਼ਨ ਨੂੰ ਅੱਗੇ ਵਧਾ ਦਿੱਤਾ ਗਿਆ ਹੈ। US ਤੋਂ ਜਾਣੀ ਅਮਰੀਕਾ ਤੋਂ ਆਉਣ ਵਾਲੇ ਯਾਤਰੀਆਂ ਦੇ ਉੱਪਰ ਇਹ ਪਾਬੰਦੀ ਮਾਰਚ 21 ਤੱਕ ਜਾਰੀ ਰਹੇਗੀ ਅਤੇ ਬਾਕੀ ਸਾਰੇ ਦੇਸ਼ਾਂ ਦੇ ਉੱਪਰ ਇਸ ਪਾਬੰਦੀ ਨੂੰ ਅਪ੍ਰੈਲ 21 ਤੱਕ ਵਧਾ ਦਿੱਤਾ ਗਿਆ ਹੈ। ਜਾਣੀ ਕਿ ਅਮਰੀਕਾ ਵਾਸੀਆਂ ਦੇ ਵਾਸਤੇ ਟਰੈਵਲ ਰਿਸਟ੍ਰਿਕਸ਼ਨਸ 1 ਮਹੀਨੇ ਵਾਸਤੇ ਤੇ ਬਾਕੀ ਸਾਰੇ ਦੇਸ਼ਾਂ ਦੇ ਵਾਸਤੇ 2 ਮਹੀਨੇ ਦੇ ਲਈ ਐਕਸਟੈਂਡ ਕੀਤੇ ਗਏ ਹਨ। ਦੱਸ ਦਈਏ ਕਿ ਕੈਨੇਡਾ ਵੱਲੋਂ ਕੋਵਿਡ-19 ਦੇ ਕਾਰਨ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ। ਬਾਰਡਰ ਰਾਹੀਂ ਆਉਣ ਵਾਲਿਆਂ ਨੂੰ ਵੀ ਕਰੋਨਾ ਨੈਗੇਟਿਵ ਟੈਸਟ ਦਿਖਾਉਣਾ ਲਾਜ਼ਮੀ ਕੀਤਾ ਗਿਆ ਤੇ ਹੁਣ ਕੈਨੇਡਾ ਦਾਖਲ ਹੋਣ ਵਾਲੇ ਹਰ ਕਿਸੇ ਨੂੰ 에ਅਰਪੋਰਟ ਦੇ ਉੱਪਰ ਆਪਣੀ ਕੋਵਿਡ-19 ਨੈਗੇਟਿਵ ਰਿਪੋਰਟ ਲਾਜ਼ਮੀ ਤੌਰ ਦੇ ਉੱਪਰ ਦਿਖਾਉਣੀ ਪੈਂਦੀ ਹੈ। ਟਰੈਵਲ ਦੇ ਨਾਲ ਜੁੜੀ ਹੋਈ ਵੱਡੀ ਅਪਡੇਟ ਸਾਹਮਣੇ ਆਈ ਹੈ। ਕੈਨੇਡਾ ਵੱਲੋਂ US ਟਰੈਵਲਰਸ ਦੇ ਲਈ 1 ਮਹੀਨੇ ਅਤੇ ਬਾਕੀ ਸਭ ਦੇ ਲਈ 2 ਮਹੀਨੇ ਦੇ ਲਈ ਟਰੈਵਲ ਰਿਸਟ੍ਰਿਕਸ਼ਨਸ ਨੂੰ ਵਧਾ ਦਿੱਤਾ ਗਿਆ ਹੈ, ਜਿਸ ਦਾ ਮਤਲਬ ਹੈ ਕਿ ਅਮਰੀਕਾ ਤੋਂ ਆਉਣ ਵਾਲੇ ਯਾਤਰੀਆਂ ਦੇ ਲਈ 21 ਮਾਰਚ ਅਤੇ ਬਾਕੀ ਦੇਸ਼ਾਂ ਦੇ ਲਈ ਯਾਤਰਾ ਪਾਬੰਦੀਆਂ ਅਪ੍ਰੈਲ 21 ਤੱਕ ਵਧਾਈਆਂ ਗਈਆਂ ਹਨ। ਇਸ ਤੋਂ ਪਹਿਲਾਂ ਜਨਵਰੀ ਮਹੀਨੇ ਇਹਨਾਂ ਨੂੰ ਐਕਸਟੈਂਡ ਕੀਤਾ ਗਿਆ ਸੀ। ਕੈਨੇਡਾ ਵੱਲੋਂ ਕਰੋਨਾ ਦੇ ਕਾਰਨ ਬਾਰਡਰ ਦੇ ਉੱਪਰ ਸਖਤੀ ਕੀਤੀ ਗਈ ਹੈ। ਸਿਰਫ 4 ਕੈਨੇਡੀਅਨ 에ਅਰਪੋਰਟਸ ਦੇ ਉੱਪਰ ਹੀ ਇੰਟਰਨੈਸ਼ਨਲ ਫਲਾਈਟਸ ਆਉਂਦੀਆਂ ਹਨ। ਦੱਸੀਏ ਕਿ ਕੈਨੇਡਾ ਵੱਲੋਂ ਕਰੋਨਾ ਵਾਇਰਸ ਦੇ ਦੌਰਾਨ ਕਈ ਤਰ੍ਹਾਂ ਦੀਆਂ ਟਰੈਵਲ ਰਿਸਟ੍ਰਿਕਸ਼ਨਸ ਲਗਾਈਆਂ ਗਈਆਂ ਹਨ। ਕੈਨੇਡਾ ਆਉਣ ਵਾਲੇ ਹਰ ਯਾਤਰੀ ਦਾ ਟੈਸਟ ਔਨ ਅਰਾਈਵਲ ਕੀਤਾ ਜਾਵੇਗਾ। ਇਸ ਦੇ ਨਾਲ ਹੀ US ਬਾਰਡਰ ਰਾਹੀਂ ਕੈਨੇਡਾ ਦਾਖਲ ਹੋਣ ਵਾਲਿਆਂ ਨੂੰ ਵੀ ਕਰੋਨਾ ਨੈਗੇਟਿਵ ਰਿਪੋਰਟ ਦਿਖਾਉਣੀ ਲਾਜ਼ਮੀ ਕੀਤੀ ਗਈ ਹੈ, ਜੋ ਕਿ 72 ਘੰਟਿਆਂ ਦੌਰਾਨ ਹੋਣੀ ਜ਼ਰੂਰੀ ਹੈ। ਇੰਨਾ ਹੀ ਨਹੀਂ, ਕੁਆਰੰਟੀਨ ਰਿਕੁਆਇਰਮੈਂਟ ਨੂੰ ਵੀ ਐਕਸਟੈਂਡ ਕੀਤਾ ਗਿਆ ਹੈ, ਜਾਣੀ ਕਿ ਇਹਨਾਂ ਨੂੰ ਵੀ ਅਪ੍ਰੈਲ 21 ਤੱਕ ਵਧਾਇਆ ਗਿਆ ਹੈ, ਜਿਸ ਦੇ ਵਿੱਚ ਅਜਿਹਾ ਹੋਵੇਗਾ ਕਿ ਕੈਨੇਡਾ ਆਉਣ ਵਾਲੇ ਨੂੰ 3 ਦਿਨਾਂ ਦੇ ਲਈ ਹੋਟਲ ਦੇ ਵਿੱਚ ਲਾਜ਼ਮੀ ਤੌਰ ਦੇ ਉੱਪਰ ਆਪਣੇ ਖਰਚੇ ਤੇ ਕੁਆਰੰਟੀਨ ਕਰਨਾ ਪਵੇਗਾ। ਕੈਨੇਡਾ ਆਉਣ ਵਾਲੇ ਹਰ ਯਾਤਰੀ ਨੂੰ 14 ਦਿਨਾਂ ਦਾ ਇਕਾਂਤਵਾਸ ਕੁਆਰੰਟੀਨ ਜ਼ਰੂਰੀ ਕੀਤਾ ਗਿਆ ਹੈ। US ਕੈਨੇਡਾ ਬਾਰਡਰ ਨੂੰ ਵੀ ਬੰਦ ਕੀਤਾ ਗਿਆ ਹੈ, ਜਿੱਥੋਂ ਸਿਰਫ ਐਸੈਂਸ਼ੀਅਲ, ਐਮਰਜੈਂਸੀ ਅਤੇ ਜੋ ਰੈਗੂਲਰ ਵਰਕਰ ਹਨ ਉਹਨਾਂ ਨੂੰ ਹੀ ਆਉਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਤੁਹਾਨੂੰ ਦੱਸਦੇ ਹਾਂ ਕਿ ਕਿਹਨਾਂ ਨੂੰ ਟਰੈਵਲ ਰਿਸਟ੍ਰਿਕਸ਼ਨ ਤੋਂ ਐਗਜ਼ੈਂਪਟ ਕੀਤਾ ਗਿਆ ਹੈ, ਜਾਣੀ ਕਿ ਰਾਹਤ ਦਿੱਤੀ ਗਈ ਹੈ। ਕੈਨੇਡੀਅਨ ਸਿਟੀਜ਼ਨ ਜਿਨ੍ਹਾਂ ਦੇ ਕੋਲ ਡੂਅਲ ਸਿਟੀਜ਼ਨਸ਼ਿਪ ਹੈ ਅਤੇ ਜਿਹੜੇ PR ਹਨ, ਉਹ ਲੋਕ ਜਿਨ੍ਹਾਂ ਨੂੰ ਕੈਨੇਡੀਅਨ ਪਰਮਾਨੈਂਟ ਰੈਜ਼ੀਡੈਂਸ ਦੇ ਲਈ ਅਪਰੂਵ ਕੀਤਾ ਗਿਆ ਹੈ। ਟੈਂਪਰੇਰੀ ਫੋਰਨ ਵਰਕਰਸ, ਇੰਟਰਨੈਸ਼ਨਲ ਸਟੂਡੈਂਟਸ, ਪ੍ਰੋਟੈਕਟਡ ਪਰਸਨਸ, immediate family member of Canadians, extended family members of Canadian और ਕਿਹੜੇ ਲੋਕਾਂ ਨੂੰ ਇਸ ਟਰੈਵਲ ਰਿਸਟ੍ਰਿਕਸ਼ਨ ਤੋਂ ਰਾਹਤ ਦਿੱਤੀ ਗਈ ਹੈ, ਇਸ ਦੀ ਜਾਣਕਾਰੀ ਸਰਕਾਰੀ ਵੈਬ ਪੇਜ ਦੇ ਉੱਪਰ ਮੁਹੱਈਆ ਕਰਵਾਈ ਗਈ ਹੈ। ਕੈਨੇਡਾ ਆਉਣ ਵਾਲੇ ਕੁਝ ਅਜਿਹੇ ਲੋਕ ਵੀ ਹਨ ਜਿਨ੍ਹਾਂ ਨੂੰ 14 ਦਿਨ ਦੇ ਕੁਆਰੰਟੀਨ ਤੋਂ ਰਾਹਤ ਦਿੱਤੀ ਗਈ ਹੈ, ਜਿਸ ਦੇ ਵਿੱਚ ਕ੍ਰਿਊ ਮੈਂਬਰਸ, ਉਹ ਲੋਕ ਜੋ ਹੈਲਥ ਮਿਨਿਸਟਰ ਵੱਲੋਂ ਇਨਵਾਈਟ ਕੀਤੇ ਗਏ ਹਨ, ਮੈਂਬਰ ਆਫ ਵਿਜ਼ਿਟਿੰਗ ਫੋਰਸਿਸ, ਉਹ ਲੋਕ ਜਿਹੜੇ ਕਿ ਆਪਣੇ ਆਉਣ ਦੇ 36 ਘੰਟਿਆਂ ਦੌਰਾਨ ਮੈਡੀਕਲ ਸਰਵਿਸ ਲੈਂਦੇ ਹਨ, ਕ੍ਰਾਸਿੰਗ ਦਾ ਬਾਰਡਰ ਇਨ ਟ੍ਰਾਂਸ ਬਾਰਡਰ ਕਮਿਊਨਿਟੀ, ਇਹਨਾਂ ਸਾਰਿਆਂ ਨੂੰ 14 ਦਿਨਾਂ ਦੇ ਕੁਆਰੰਟੀਨ ਤੋਂ ਬਾਹਰ ਰੱਖਿਆ ਗਿਆ ਹੈ। ਸਾਬਕਾ ਲਿਬਰਲ MP ਰਾਜ ਗਰੇਵਾਲ ਨੂੰ ਜੋ ਉਹਨਾਂ ਦੇ ਉੱਪਰ ਦੋਸ਼ ਲੱਗੇ ਹਨ, ਉਸ ਦੇ ਚੱਲਦਿਆਂ ਅਕਤੂਬਰ ਮਹੀਨੇ ਟ੍ਰਾਇਲ ਦਾ ਸਾਹਮਣਾ ਕਰਨਾ ਪਵੇਗਾ। ਉਹਨਾਂ ਦੇ ਉੱਪਰ ਬ੍ਰੈਚ ਆਫ ਟਰਸਟ ਦਾ ਵੀ ਚਾਰਜ ਲਗਾਇਆ ਗਿਆ ਸੀ। ਹੁਣ ਇਸ ਦੇ ਚੱਲਦਿਆਂ ਉਹਨਾਂ ਦੇ ਉੱਪਰ ਕਾਰਵਾਈ ਕੀਤੀ ਗਈ ਹੈ ਤੇ ਉਹਨਾਂ ਨੂੰ ਅਕਤੂਬਰ ਮਹੀਨੇ ਟ੍ਰਾਇਲ ਦਾ ਸਾਹਮਣਾ ਕਰਨਾ ਪਵੇਗਾ। ਸਾਬਕਾ ਲਿਬਰਲ MP ਰਾਜ ਗਰੇਵਾਲ ਨੂੰ ਬ੍ਰੈਚ ਆਫ ਟਰਸਟ ਅਤੇ ਧੋਖਾਧੜੀ ਦੇ ਮਾਮਲੇ ਦੇ ਵਿੱਚ ਅਕਤੂਬਰ 'ਚ ਟ੍ਰਾਇਲ ਦਾ ਸਾਹਮਣਾ ਕਰਨਾ ਪਵੇਗਾ। ਰਾਜ ਗਰੇਵਾਲ ਨੂੰ ਇਸ ਸਾਲ ਦੇ ਆਖਿਰ ਦੇ ਵਿੱਚ ਉਹਨਾਂ ਦੇ ਅਹੁਦਿਆਂ ਦੇ ਨਾਲ ਜੁੜੇ ਹੋਏ ਧੋਖਾਧੜੀ ਅਤੇ ਵਿਸ਼ਵਾਸ ਦਾ ਉਲੰਘਣ, ਜਾਣੀ ਕਿ ਬ੍ਰੈਚ ਆਫ ਟਰਸਟ ਦੇ ਦੋਸ਼ ਦਾ ਸਾਹਮਣਾ ਕਰਨਾ ਪਵੇਗਾ। RCMP ਨੇ ਸਤੰਬਰ ਮਹੀਨੇ ਦੇ ਵਿੱਚ ਗਰੇਵਾਲ ਉੱਪਰ ਚਾਰਜਸ ਲਗਾਏ ਸਨ। ਸਾਬਕਾ ਫੈਡਰਲ ਐਥਿਕਸ ਕਮਿਸ਼ਨਰ ਨੂੰ ਦੱਸੇ ਬਿਨਾਂ ਨਿੱਜੀ ਕਰਜ਼ੇ ਦੇ ਲਈ ਲੱਖਾਂ ਡਾਲਰ ਉਹਨਾਂ ਵੱਲੋਂ ਆਪਣੀ ਰਾਜਨੀਤਿਕ ਅਹੁਦੇ ਦੀ ਵਰਤੋਂ ਕਰਦਿਆਂ ਲਏ ਗਏ ਸਨ। ਗਰੇਵਾਲ ਵੱਲੋਂ ਆਫਿਸ ਬਜਟ ਨੂੰ ਆਪਣੇ ਲਾਭ ਦੇ ਲਈ ਵਰਤਿਆ ਗਿਆ ਸੀ।
ਗਰੇਵਾਲ ਨੇ ਪੁਲਿਸ ਜਾਂਚ ਦੌਰਾਨ 2018 ਦੇ ਵਿੱਚ ਲਿਬਰਲ ਕਾਕਸ ਨੂੰ ਛੱਡ ਦਿੱਤਾ ਸੀ। ਇਸ ਦੇ ਲਈ ਉਹਨਾਂ ਨੇ ਪਰਸਨਲ ਰੀਜ਼ਨ ਅਤੇ ਸਿਹਤ ਨੂੰ ਇਸ ਦਾ ਕਾਰਨ ਦੱਸਿਆ ਸੀ। 2019 ਦੇ ਵਿੱਚ ਗਰੇਵਾਲ ਵੱਲੋਂ ਦੁਬਾਰਾ ਚੋਣ ਨਹੀਂ ਲੜੀ ਗਈ। ਦੱਸ ਦਈਏ ਕਿ ਗਰੇਵਾਲ ਨੂੰ 4 ਕਾਊਂਟਸ ਆਫ ਬ੍ਰੈਚ ਅਤੇ 1 ਕਾਊਂਟ ਆਫ ਫਰਾਡ ਓਵਰ $5,000 ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਹੁਣ ਇਹ ਅਪਡੇਟ ਸਾਹਮਣੇ ਆਈ ਹੈ ਕਿ ਅਕਤੂਬਰ ਮਹੀਨੇ ਦੇ ਵਿੱਚ ਉਹਨਾਂ ਨੂੰ ਟ੍ਰਾਇਲ ਦਾ ਸਾਹਮਣਾ ਕਰਨਾ ਪਵੇਗਾ। ਅਮਰੀਕਾ ਅੰਦਰ ਮੌਸਮ ਦੇ ਵਿੱਚ ਆਈ ਤਬਦੀਲੀ ਦੇ ਕਾਰਨ ਵੱਡੀ ਗਿਣਤੀ ਦੇ ਵਿੱਚ ਲੋਕ ਇਸ ਦੇ ਨਾਲ ਪ੍ਰਭਾਵਿਤ ਹੋਏ ਹਨ। 21 ਲੋਕਾਂ ਦੀ ਜਾਨ ਇਸ ਮੌਸਮ ਦੇ ਕਰਕੇ ਜਾਣੀ ਇਸ ਠੰਡ ਦੇ ਕਹਿਰ ਕਰਕੇ ਚਲੀ ਗਈ ਹੈ। ਟੈਕਸਸ ਦੇ ਇੱਕ ਸਮਾਲ ਟਾਊਨ ਮੇਅਰ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਵੀ ਦਿੱਤਾ ਗਿਆ ਹੈ। ਦੱਸ ਦਈਏ ਕਿ ਬਹੁਤ ਸਾਰੇ ਅਜਿਹੇ ਲੋਕ ਨੇ ਜੋ ਬਿਨਾਂ ਬਿਜਲੀ ਦੇ ਰਹਿਣ ਨੂੰ ਮਜਬੂਰ ਨੇ ਕਿਉਂਕਿ ਬਹੁਤਿਆਂ ਇਲਾਕਿਆਂ ਦੇ ਵਿੱਚ ਮੌਸਮ ਦੇ ਕਾਰਨ ਬਿਜਲੀ ਸਪਲਾਈ ਠੱਪ ਹੋ ਗਈ ਹੈ। ਅਮਰੀਕਾ ਦੇ ਵਿੱਚ ਬਦਲੇ ਮੌਸਮ ਦੇ ਨਾਲ ਜਨਜੀਵਨ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਨਜ਼ਰ ਆ ਰਿਹਾ ਹੈ। ਅਜਿਹੇ ਦੇ ਵਿੱਚ ਜਿੱਥੇ ਕਈ ਲੋਕਾਂ ਦੀ ਜਾਨ ਇਸ ਠੰਡੇ ਮੌਸਮ ਦੇ ਕਰਕੇ ਗਈ ਹੈ, ਦੂਜੇ ਪਾਸੇ ਟੈਕਸਸ ਦੇ ਸਮਾਲ ਟਾਊਨ ਮੇਅਰ ਟਿਮ ਬਾਇਰਡ ਵੱਲੋਂ ਅਸਤੀਫਾ ਦਿੱਤਾ ਗਿਆ ਹੈ। ਅਮਰੀਕਾ ਦੇ ਵਿੱਚ ਠੰਡ ਦੇ ਕਹਿਰ ਦੇ ਕਾਰਨ 21 ਲੋਕਾਂ ਦੀ ਮੌਤ ਹੋਈ ਹੈ। ਮੇਅਰ ਵੱਲੋਂ ਆਪਣੇ ਫੇਸਬੁੱਕ ਦੇ ਉੱਪਰ ਆਪਣੇ ਵਿਚਾਰਾਂ ਦੀ ਸਾਂਝ ਪਾਈ ਗਈ ਹੈ, ਜਿਸ ਤੋਂ ਬਾਅਦ ਉਸਨੇ ਅਸਤੀਫਾ ਦੇ ਦਿੱਤਾ। ਦੱਸ ਦਈਏ ਕਿ ਇੱਕ ਪਾਸੇ ਅਮਰੀਕਾ ਕਰੋਨਾ ਵਾਇਰਸ ਦੀ ਬਿਮਾਰੀ ਦੇ ਨਾਲ ਜੂਝ ਰਿਹਾ ਹੈ ਤੇ ਦੂਜੇ ਪਾਸੇ ਭਿਆਨਕ ਠੰਡ ਦਾ ਕਹਿਰ ਵੀ ਲਗਾਤਾਰ ਇੱਥੇ ਜਾਰੀ ਹੈ। ਟੈਕਸਸ ਦੇ ਵਿੱਚ ਬਰਫੀਲੇ ਤੂਫਾਨ ਅਤੇ ਭਿਆਨਕ ਠੰਡ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਠੰਡ ਦੇ ਕਾਰਨ 21 ਲੋਕਾਂ ਦੀ ਜਾਨ ਚਲੀ ਗਈ ਹੈ। ਪਾਵਰ ਸਪਲਾਈ ਠੱਪ ਹੋਣ ਕਰਕੇ ਲੱਖਾਂ ਲੋਕ ਟੈਕਸਸ ਅਤੇ ਹੋਰ ਇਲਾਕਿਆਂ ਦੇ ਵਿੱਚ ਫਸੇ ਹੋਏ ਹਨ। ਤੂਫਾਨ ਨੇ ਪਾਵਰ ਗ੍ਰਿਡਾਂ ਨੂੰ ਨੁਕਸਾਨ ਪਹੁੰਚਾਇਆ ਹੈ, ਜਿਸ ਦੇ ਨਾਲ ਕਈ ਇਲਾਕਿਆਂ ਦੇ ਵਿੱਚ ਬਿਜਲੀ ਦੀ ਸਪਲਾਈ ਦੇ ਵਿੱਚ ਰੁਕਾਵਟ ਆ ਗਈ ਹੈ। ਦੱਸ ਦਈਏ ਕਿ ਜੋ ਬਾਈਡਨ ਵੱਲੋਂ ਟੈਕਸਸ ਦੇ ਵਿੱਚ ਖਰਾਬ ਮੌਸਮ ਨੂੰ ਦੇਖਦੇ ਹੋਏ ਐਮਰਜੈਂਸੀ ਸਥਿਤੀ ਦਾ ਐਲਾਨ ਕੀਤਾ ਗਿਆ ਹੈ, ਉਹਨਾਂ ਵੱਲੋਂ ਮਦਦ ਦਾ ਆਦੇਸ਼ ਵੀ ਪਾਸ ਕਰ ਦਿੱਤਾ ਗਿਆ। ਅਮਰੀਕਾ ਦੇ ਰਾਸ਼ਟਰਪਤੀ ਨੇ ਇੱਥੇ ਐਤਵਾਰ ਨੂੰ ਅਲਰਟ ਜਾਰੀ ਕਰ ਦਿੱਤਾ ਅਤੇ ਕਿਹਾ ਕਿ ਸ਼ਿਕਾਗੋ ਦੇ ਵਿੱਚ 1.5 ਫੁੱਟ ਬਰਫ਼ ਡਿੱਗੀ ਹੈ, ਜਿਸ ਦੇ ਕਾਰਨ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ। ਟੈਕਸਸ ਦੇ ਵਿੱਚ ਲੋਕਾਂ ਨੂੰ ਕਿਹਾ ਗਿਆ ਹੈ ਕਿ ਉਹ ਘੱਟ ਤੋਂ ਘੱਟ ਬਿਜਲੀ ਦੀ ਵਰਤੋਂ ਕਰਨ। ਬਿਜਲੀ ਦੀ ਸਪਲਾਈ ਬੰਦ ਹੋਣ ਦੇ ਕਰਕੇ ਕਈ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੈਕਸੀਕੋ ਦੇ ਵਿੱਚ 40 ਲੱਖ ਲੋਕ ਇਸ ਦੇ ਕਾਰਨ ਪ੍ਰਭਾਵਿਤ ਹੋਏ ਹਨ। ਓਰੇਗਨ ਦੇ ਵਿੱਚ 2,50,000 ਲੋਕ ਇਸ ਦੇ ਨਾਲ ਪ੍ਰਭਾਵਿਤ ਹੋਏ ਨੇ। ਦੱਸ ਦਈਏ ਕਿ ਟੈਕਸਸ ਦੇ ਆਫੀਸ਼ੀਅਲਸ ਨੇ ਇੱਥੇ 60 ਜਨਰੇਟਰ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਹੈ। ਹਸਪੀਟਲਸ ਅਤੇ ਨਰਸਿੰਗ ਹੋਮ ਨੂੰ ਪਹਿਲ ਦਿੰਦੇ ਹੋਏ ਇਹ ਯੋਜਨਾ ਬਣਾਈ ਗਈ ਹੈ। ਅਲਬਰਟਾ ਵੱਲੋਂ ਆਪਣੇ ਨਵੇਂ ਡਰਾਅ ਦਾ ਐਲਾਨ ਕੀਤਾ ਗਿਆ ਹੈ। ਦੱਸ ਦਈਏ ਕਿ ਇਸ ਡਰਾਅ ਦੇ ਵਿੱਚ 60 ਪੁਆਇੰਟ ਹੇਠਾਂ CRS ਸਕੋਰ ਆਇਆ ਹੈ। ਕਈ ਜਾਣਿਆਂ ਨੂੰ ਇਸ ਦੇ ਤਹਿਤ ਇਨਵੀਟੇਸ਼ਨ ਜਾਰੀ ਕੀਤੇ ਗਏ ਹਨ। ਦੱਸ ਦਈਏ ਕਿ ਕਰੋਨਾ ਵਾਇਰਸ ਦੇ ਕਰਕੇ ਜੋ ਪਿਛਲੇ ਸਾਲ ਦਾ ਅਲਬਰਟਾ ਦਾ ਟੀਚਾ ਸੀ ਉਹ ਪੂਰਾ ਨਹੀਂ ਹੋ ਸਕਿਆ, ਪਰ ਇਸ ਸਾਲ ਦੇ ਵਿੱਚ ਜਾਣੀ 2021 ਦੇ ਵਿੱਚ ਕਿੰਨੇ ਡਰਾਅ ਕੱਢੇ ਜਾਣਗੇ ਇਸ ਦੇ ਬਾਰੇ ਜਾਣਕਾਰੀ ਨਹੀਂ ਸਾਂਝੀ ਕੀਤੀ ਗਈ। ਅਲਬਰਟਾ ਵੱਲੋਂ ਆਪਣੇ ਨਵੇਂ ਡਰਾਅ ਦਾ ਐਲਾਨ ਕੀਤਾ ਗਿਆ। ਇਸ ਵਾਰ ਦੇ ਡਰਾਅ ਦੇ ਤਹਿਤ 301 CRS ਸਕੋਰ ਵਾਲੇ ਐਕਸਪ੍ਰੈਸ ਐਂਟਰੀ ਕੈਂਡੀਡੇਟਸ ਨੂੰ ਇਨਵੀਟੇਸ਼ਨ ਜਾਰੀ ਕੀਤੇ ਗਏ। ਅਲਬਰਟਾ ਦੇ ਨਵੇਂ PNP ਡਰਾਅ ਦੇ ਵਿੱਚ CRS ਪੁਆਇੰਟ 60 ਪੁਆਇੰਟ ਹੇਠਾਂ ਆਇਆ ਹੈ। ਇਸ ਡਰਾਅ ਦਾ ਐਲਾਨ ਫਰਵਰੀ 10 ਨੂੰ ਕੀਤਾ ਗਿਆ। ਅਲਬਰਟਾ ਇਮੀਗ੍ਰੈਂਟ ਨੋਮੀਨੀ ਪ੍ਰੋਗਰਾਮ ਵੱਲੋਂ 200 ਐਕਸਪ੍ਰੈਸ ਐਂਟਰੀ ਕੈਂਡੀਡੇਟਸ ਨੂੰ ਅਲਬਰਟਾ ਐਕਸਪ੍ਰੈਸ ਐਂਟਰੀ ਸਟਰੀਮ ਦੇ ਲਈ ਅਪਲਾਈ ਕਰਨ ਦਾ ਸੱਦਾ ਜਾਰੀ ਕੀਤਾ ਗਿਆ। ਇਸ ਵਾਸਤੇ ਕੈਂਡੀਡੇਟਸ ਨੂੰ 301 ਕੰਪਰੀਹੈਂਸਿਵ ਰੈਂਕਿੰਗ ਸਕੋਰਸ ਦੀ ਜ਼ਰੂਰਤ ਸੀ। ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਦੇ ਵਿੱਚ ਸੱਦਾ ਹਾਸਲ ਕਰਨ ਵਾਲੇ ਕੈਂਡੀਡੇਟਸ ਦੇ ਲਈ ਐਕਸਪ੍ਰੈਸ ਐਂਟਰੀ ਸਿਸਟਮ ਦੇ ਵਿੱਚ ਪ੍ਰੋਫਾਈਲ ਹੋਣਾ ਜ਼ਰੂਰੀ ਹੈ। ਐਕਸਪ੍ਰੈਸ ਐਂਟਰੀ 3 ਫੈਡਰਲ ਹਾਈ ਸਕਿਲਡ ਪ੍ਰੋਗਰਾਮਸ ਦੇ ਲਈ ਐਪਲੀਕੇਸ਼ਨ ਮੈਨੇਜਮੈਂਟ ਸਿਸਟਮ ਹੈ। ਇਹ 3 ਪ੍ਰੋਗਰਾਮ ਹਨ: ਫੈਡਰਲ ਸਕਿਲਡ ਵਰਕਰ ਪ੍ਰੋਗਰਾਮ, ਫੈਡਰਲ ਸਕਿਲਡ ਟ੍ਰੇਡਸ ਪ੍ਰੋਗਰਾਮ ਅਤੇ ਕੈਨੇਡੀਅਨ ਐਕਸਪੀਰੀਅੰਸ ਕਲਾਸ। ਯੋਗ ਇਮੀਗ੍ਰੇਸ਼ਨ ਕੈਂਡੀਡੇਟਸ ਨੂੰ ਉਮਰ, ਪੜ੍ਹਾਈ, ਕੰਮ ਦੇ ਤਜਰਬੇ ਅਤੇ ਭਾਸ਼ਾ ਦੇ ਆਧਾਰ ਦੇ ਉੱਪਰ CRS ਸਕੋਰ ਦਿੱਤੇ ਜਾਂਦੇ ਹਨ। ਹਰ ਦੂਸਰੇ ਹਫ਼ਤੇ ਕੈਨੇਡਾ ਦਾ ਇਮੀਗ੍ਰੇਸ਼ਨ ਡਿਪਾਰਟਮੈਂਟ IRCC ਐਕਸਪ੍ਰੈਸ ਐਂਟਰੀ ਡਰਾਅ ਕਰਦਾ ਹੈ, ਜਿਸ ਦੇ ਵਿੱਚ ਇਨਵੀਟੇਸ਼ਨ ਜਾਰੀ ਕੀਤੇ ਜਾਂਦੇ ਹਨ। ਦੱਸ ਦਈਏ ਕਿ 2020 ਦੇ ਵਿੱਚ ਐਲਬਰਟਾ ਵੱਲੋਂ 6,250 ਨੋਮੀਨੇਸ਼ਨ ਸਰਟੀਫਿਕੇਟ ਦਿੱਤੇ ਜਾਣੇ ਸਨ, ਪਰ ਕੋਵਿਡ-19 ਦੇ ਕਰਕੇ 4,000 ਨੋਮੀਨੇਸ਼ਨ ਹੀ ਜਾਰੀ ਕੀਤੇ ਗਏ ਸਨ। ਇਹ ਨੋਮੀਨੇਸ਼ਨ ਜੂਨ 2020 ਤੱਕ ਹੀ ਦਿੱਤੇ ਗਏ ਅਤੇ ਇਸ ਤੋਂ ਬਾਅਦ ਕੋਈ ਵੀ ਡਰਾਅ ਨਹੀਂ ਕੱਢਿਆ। 2021 ਦੇ ਵਿੱਚ ਅਲਬਰਟਾ ਵੱਲੋਂ ਕਿੰਨੇ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਜਾਰੀ ਕੀਤੇ ਜਾਣਗੇ, ਇਸ ਦੇ ਬਾਰੇ ਅਜੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਮੂਲ ਨਿਵਾਸ ਬਾਰੇ ਮੰਤਰੀ ਵੱਲੋਂ ਇੱਕ ਅਪਡੇਟ ਸਾਂਝੀ ਕੀਤੀ ਗਈ ਹੈ, ਜਿੱਥੇ ਉਹਨਾਂ ਕਿਹਾ ਕਿ ਜਿਹੜੇ ਮੂਲ ਨਿਵਾਸੀ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਦੇ ਉੱਪਰ ਕਰੋਨਾ ਵਾਇਰਸ ਦਾ ਟੀਕਾ ਲਗਾਇਆ ਜਾਵੇਗਾ। ਇਸ ਵੈਕਸੀਨ ਦੇ ਨਾਲ ਸੰਬੰਧਿਤ ਉਹਨਾਂ ਵੱਲੋਂ ਹੋਰ ਵੀ ਅਪਡੇਟ ਸਾਂਝੀ ਕੀਤੀ ਗਈ ਹੈ।
ਦੱਸਦੇ ਹਾਂ ਇਸ ਖਬਰ ਦੇ ਵਿੱਚ ਕਿ ਉਹਨਾਂ ਵੱਲੋਂ ਕਿਹਨਾਂ ਗੱਲਾਂ ਦੀ ਸਾਂਝ ਪਾਈ ਗਈ ਹੈ। ਇੰਡੀਜਨਸ ਸਰਵਿਸ ਮਿਨਿਸਟਰ ਮਾਰਕ ਮਿਲਰ ਨੇ ਕਿਹਾ ਹੈ ਕਿ ਨਵੀਆਂ ਕੋਵਿਡ-19 ਵੈਕਸੀਨ ਗਾਈਡਲਾਈਨਸ ਦੇ ਨਾਲ ਪ੍ਰੋਵਿੰਸ ਮੂਲ ਨਿਵਾਸੀ ਯਾਨੀ ਕਿ ਇੰਡੀਜਨਸ ਲੋਕਾਂ ਨੂੰ ਵੈਕਸੀਨੇਸ਼ਨ ਪ੍ਰੋਗਰਾਮ ਦੇ ਵਿੱਚ ਪਹਿਲ ਦਿੱਤੀ ਜਾਵੇਗੀ। ਉਹਨਾਂ ਦੱਸਿਆ ਹੈ ਕਿ ਉਹਨਾਂ ਦਾ ਡਿਪਾਰਟਮੈਂਟ ਇਸ ਦੇ ਉੱਪਰ ਕੰਮ ਕਰ ਰਿਹਾ ਹੈ। 400 ਮੂਲ ਨਿਵਾਸੀ ਕਮਿਊਨਿਟੀਜ਼ ਦੇ ਵਿੱਚ ਟੀਕਾਕਰਨ ਦੀ ਸ਼ੁਰੂਆਤ ਹੋ ਚੁੱਕੀ ਹੈ। ਕੱਲ ਜਾਣੀ ਕਿ 24 ਘੰਟਿਆਂ ਦੌਰਾਨ 83,000 ਡੋਜ਼ਸ ਦਿੱਤੀਆਂ ਗਈਆਂ। ਉਹਨਾਂ ਵੱਲੋਂ ਹੋਰ ਕੀ ਕਿਹਾ ਗਿਆ, ਆਓ ਤੁਹਾਨੂੰ ਸੁਣਾਉਂਦੇ ਹਾਂ। With community leaders to ensure they have additional spaces for isolation. Maintaining a low threshold for close contacts, as always, is key. We'll also work to ramp up point of care testing and vaccine administration wherever possible. And despite this sense of urgency, we continue to see progress that brings us hope. Looking at the overall picture, as of February 16th, 400 Indigenous communities have started vaccinations. The number of doses administered so far is more than 83,000, reaching approximately 25% of the adult population in First Nations, Inuit, and territorial communities, a rate that is 6 times that of Canada's. I think it is, and I'll defer to Tom at the end of this to speak about it, I think it's too early to tell. Certainly in terms of some of the rollout, what we've seen, in the face of very, very low volumes, is some real leadership within community among the elders in getting their vaccine and showing the way. That has been an immense logistical challenge, and one that has to be done with the utmost cultural sensitivity. That's something I think Canadians generally, because this will lead into your second question, can be quite proud of, because we are generally quite proud of our medical system, and the reason we're proud of it is because we consider it to be equal for all. When you're in the Indigenous people have often not felt like they've been treated equally by the medical system. So seeing that happen in Indigenous communities is, I think, an immense amount of pride for a lot of people, particularly Indigenous peoples. The apprehension with who gets what first, I think, is one that is fueled by concerns over volume and timing. I think the work that we do daily at ISK is to keep getting out the message about the vulnerability and how that is, how the vaccine rollout is representative of our healthcare system. But you can see scenarios where people start to say, "Hey, how come not me?" And that obviously gets fueled in some of the worst platforms that are social media tending to be one of them. But so far, the reaction I've seen, and I don't believe it to be self-serving, is one of great pride in seeing Indigenous peoples prioritized. We got to continue that momentum as we roll out into the end of phase 1 and the beginning of phase 2. And Tom? ਕੈਨੇਡਾ ਨੂੰ ਕੋਰੋਨਾ ਵਾਇਰਸ ਵੈਕਸੀਨ ਦੀ ਸ਼ਿਪਮੈਂਟ ਡਿਲੇ ਹੋਈ ਸੀ, ਜਿਸ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਗਏ। ਚਿੰਤਾ ਸਤਾਉਣ ਲੱਗੀ ਕਿ ਕੈਨੇਡਾ ਨੂੰ ਜੋ ਵਾਅਦੇ ਅਨੁਸਾਰ ਡੋਜ਼ਸ ਨੇ ਉਹ ਮਿਲਣਗੀਆਂ ਜਾਂ ਫਿਰ ਨਹੀਂ। ਹੁਣ ਅਪਡੇਟ ਸਾਹਮਣੇ ਆਈ ਹੈ ਕਿ ਮਾਰਚ ਤੱਕ ਕੈਨੇਡਾ ਨੂੰ 1.3 ਮਿਲੀਅਨ ਡੋਜ਼ਸ ਮੋਡਰਨਾ ਵੈਕਸੀਨ ਦੀਆਂ ਮਿਲਣਗੀਆਂ। ਦੱਸ ਦਈਏ ਕਿ ਜੋ ਅਮਰੀਕਾ ਦੇ ਵਿੱਚ ਖਰਾਬ ਮੌਸਮ ਹੈ, ਉਸ ਦੇ ਕਰਕੇ ਇੱਕ ਦਿਨ ਦੇ ਲਈ ਸ਼ਿਪਮੈਂਟ ਕੈਨੇਡਾ ਦੇ ਲਈ ਡਿਲੇ ਹੋਈ ਹੈ। ਕੈਨੇਡਾ ਨੂੰ ਕੋਵਿਡ-19 ਵੈਕਸੀਨ ਦੀ ਸ਼ਿਪਮੈਂਟ ਦੇ ਵਿੱਚ ਡਿਲੇ ਹੋਇਆ। ਸਰਕਾਰ ਤੋਂ ਕਈ ਤਰ੍ਹਾਂ ਦੇ ਸਵਾਲ ਪੁੱਛੇ ਜਾਣੇ ਸ਼ੁਰੂ ਹੋ ਗਏ। ਇਸ ਤੋਂ ਬਾਅਦ ਹੁਣ ਇੱਕ ਜਾਣਕਾਰੀ ਸਾਹਮਣੇ ਆਈ ਹੈ ਕਿ ਮਾਰਚ ਤੱਕ ਮਾਡਰਨਾ ਕੈਨੇਡਾ ਨੂੰ 1.3 ਮਿਲੀਅਨ ਡੋਜ਼ ਵੈਕਸੀਨ ਦੀਆਂ ਪਹੁੰਚਾਏਗਾ। ਇਹ ਜਾਣਕਾਰੀ ਪ੍ਰੋਕਿਊਰਮੈਂਟ ਮਿਨਿਸਟਰ ਵੱਲੋਂ ਸਾਂਝੀ ਕੀਤੀ ਗਈ ਹੈ। ਅਗਲੇ ਮਹੀਨੇ ਕੈਨੇਡਾ ਨੂੰ ਕਿੰਨੀ ਸ਼ਿਪਮੈਂਟ ਆਏਗੀ, ਮਾਡਰਨਾ ਵੈਕਸੀਨ ਵੱਲੋਂ ਇਸ ਦੇ ਬਾਰੇ ਅਜੇ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਪਰ ਅਨੀਤਾ ਆਨੰਦ ਨੇ ਦੱਸਿਆ ਹੈ ਕਿ ਮਾਰਚ ਦੇ ਵਿੱਚ ਕੰਪਨੀ ਵੱਲੋਂ 1.3 ਮਿਲੀਅਨ ਡੋਜ਼ ਕੈਨੇਡਾ ਨੂੰ ਭੇਜੀਆਂ ਜਾਣਗੀਆਂ। ਪਿਛਲੀਆਂ ਕੁਝ ਡਿਲੀਵਰੀਜ਼ ਦੇ ਵਿੱਚ ਮਾਡਰਨਾ ਵੱਲੋਂ ਛੋਟੀ ਖੇਪ ਜਾਣੀ ਕਿ ਛੋਟੀ ਸ਼ਿਪਮੈਂਟ ਭੇਜੀ ਗਈ ਸੀ। ਮਾਡਰਨਾ ਮਾਰਚ ਦੇ ਅੰਤ ਤੱਕ ਕੈਨੇਡਾ ਨੂੰ ਕੋਵਿਡ-19 ਦੀਆਂ 2 ਮਿਲੀਅਨ ਡੋਜ਼ਸ ਮੁਹੱਈਆ ਕਰਵਾਉਣਾ ਚਾਹੁੰਦੀ ਹੈ। ਫੈਡਰਲ ਸਰਕਾਰ ਨੂੰ ਅਗਲੇ ਮਹੀਨੇ ਤੱਕ ਅੱਧੀ ਤੋਂ ਵੱਧ ਖੁਰਾਕਾਂ ਹਾਸਲ ਹੋਣ ਦੀ ਉਮੀਦ ਹੈ। ਆਨੰਦ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਮਾਰਚ ਦੇ ਐਂਡ ਤੋਂ ਪਹਿਲਾਂ 22 ਫਰਵਰੀ ਤੋਂ ਬਾਅਦ ਸਾਨੂੰ 2 ਹੋਰ ਖੇਪ ਜਾਣੀ ਕਿ ਸ਼ਿਪਮੈਂਟ ਕੰਪਨੀ ਵੱਲੋਂ ਭੇਜੀਆਂ ਜਾਣਗੀਆਂ। ਉਹਨਾਂ ਨੇ ਕਿਹਾ ਹੈ ਕਿ ਮਾਡਰਨਾ ਤੋਂ ਸਾਨੂੰ 1.3 ਮਿਲੀਅਨ ਡੋਜ਼ ਮਿਲਣ ਦੀ ਉਮੀਦ ਹੈ। ਜ਼ਿਕਰਯੋਗ ਹੈ ਕਿ ਮਾਡਰਨਾ ਆਮ ਤੌਰ ਦੇ ਉੱਪਰ ਹਰ 3 ਹਫ਼ਤੇ ਦੇ ਵਿੱਚ ਇੱਕ ਵਾਰੀ ਕੈਨੇਡਾ ਨੂੰ ਵੈਕਸੀਨ ਸਪਲਾਈ ਕਰਦੀ ਹੈ।
ਅਪ੍ਰੈਲ ਅਤੇ ਜੂਨ ਦੇ ਦਰਮਿਆਨ ਫਾਈਜ਼ਰ ਅਤੇ ਮੋਡਰਨਾ ਵੱਲੋਂ 23 ਮਿਲੀਅਨ ਸ਼ਾਟਸ ਕੈਨੇਡਾ ਨੂੰ ਦੇਣ ਦਾ ਇਰਾਦਾ ਸੀ। ਫਾਰਮਾਸਿਊਟੀਕਲ ਕੰਪਨੀ ਫਾਈਜ਼ਰ ਵੱਲੋਂ ਕੈਨੇਡਾ ਭੇਜੀਆਂ ਜਾਣ ਵਾਲੀਆਂ ਡੋਜ਼ਸ ਦੀ ਡਿਲੀਵਰੀ ਦਾ ਕੰਮ ਇੱਕ ਦਿਨ ਦੇ ਲਈ ਅੱਗੇ ਪੈ ਗਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਅਮਰੀਕਾ ਦੇ ਵਿੱਚ ਮੌਸਮ ਖਰਾਬ ਹੋਣ ਦੇ ਕਾਰਨ ਇਹ ਦੇਰੀ ਹੋਈ ਹੈ। ਇਸੇ ਹਫਤੇ ਫਾਈਜ਼ਰ ਵੱਲੋਂ 4,03,650 ਡੋਜ਼ ਭੇਜੇ ਜਾਣ ਦੀ ਸੰਭਾਵਨਾ ਹੈ। ਅਮਰੀਕਾ ਵੱਲੋਂ ਫਲਾਈਂਗ ਕਾਰ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਸੜਕ ਦੇ ਉੱਪਰ ਚਲਾਉਣ ਨੂੰ ਮਨਜ਼ੂਰੀ ਦੇਣ ਦੇ ਵਿੱਚ ਅਜੇ ਥੋੜਾ ਸਮਾਂ ਲੱਗੇਗਾ। ਇਹ ਕਾਰ ਪੋਰਟੇਬਲ ਇੰਨੀ ਹੈ ਕਿ ਇਸ ਨੂੰ ਘਰ ਦੇ ਵਿੱਚ ਵੀ ਪਾਰਕ ਕੀਤਾ ਜਾ ਸਕਦਾ ਹੈ। ਇਸ ਦੇ ਬਾਰੇ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਕੀ ਇਸ ਦੇ ਫੀਚਰ ਹੋਣ ਵਾਲੇ ਹਨ, ਕਿਸ ਤਰ੍ਹਾਂ ਇਸ ਨੂੰ ਚਲਾਇਆ ਜਾਵੇਗਾ, ਕੀ ਕਾਰ ਦਾ ਭਾਰ ਹੋਵੇਗਾ। ਇਸ ਦੇ ਲਈ ਵੇਖੋ ਇਹ ਖਬਰ। ਫਿਲਮਾਂ ਦੇ ਵਿੱਚ ਅਕਸਰ ਹੀ ਉੱਡਣ ਵਾਲੀਆਂ ਗੱਡੀਆਂ ਸਾਨੂੰ ਆਕਰਸ਼ਿਤ ਕਰਦੀਆਂ ਹਨ। ਬਹੁਤ ਸਾਰੇ ਲੋਕ ਚਾਹੁੰਦੇ ਨੇ ਕਿ ਉਹਨਾਂ ਕੋਲ ਵੀ ਇੱਕ ਗੱਡੀ ਹੋਵੇ। ਕਈਆਂ ਦਾ ਇਹ ਸੁਪਨਾ ਹੈ ਤੇ ਹੁਣ ਇਹ ਸੁਪਨਾ ਸੱਚ ਹੋ ਸਕਦਾ ਹੈ, ਕਿਉਂਕਿ ਅਮਰੀਕਾ ਵੱਲੋਂ ਫਲਾਈਂਗ ਕਾਰ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇੰਨਾ ਹੀ ਨਹੀਂ, ਇਹ ਫਲਾਈਂਗ ਕਾਰ ਘਰ ਦੇ ਵਿੱਚ ਵੀ ਪਾਰਕ ਹੋ ਸਕੇਗੀ। ਇਹ ਫਲਾਈਂਗ ਕਾਰ ਜਲਦ ਹੀ ਸਾਨੂੰ ਮਾਰਕੀਟ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ। ਇਹ ਕਾਰ ਸੜਕ ਦੇ ਉੱਪਰ ਤੇਜ਼ ਰਫ਼ਤਾਰ ਦੇ ਨਾਲ ਦੌੜੇਗੀ ਅਤੇ ਨਾਲ ਹੀ ਹਵਾ ਦੇ ਵਿੱਚ ਉੱਡਦੀ ਹੋਈ ਵੀ ਨਜ਼ਰ ਆਵੇਗੀ। ਹਾਲ ਹੀ ਦੇ ਵਿੱਚ ਅਮਰੀਕਾ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਖਾਸ ਗੱਲ ਇਹ ਹੈ ਕਿ ਇਹ ਕਾਰ ਨਾ ਸਿਰਫ 160 ਦੀ ਸਪੀਡ ਨਾਲ ਉੱਡੇਗੀ, ਬਲਕਿ ਜ਼ਮੀਨ ਤੋਂ ਉੱਪਰ 10,000 ਫੁੱਟ ਤੱਕ ਦੀ ਉਚਾਈ ਵੀ ਹਾਸਲ ਕਰ ਸਕੇਗੀ। ਇਹ ਕਾਰ ਪੋਰਟੇਬਲ ਹੈ ਕਿ ਆਸਾਨੀ ਦੇ ਨਾਲ ਘਰ ਦੇ ਵਿੱਚ ਪਾਰਕ ਕੀਤੀ ਜਾ ਸਕੇਗੀ। ਅਮਰੀਕਾ ਦੀ ਫੈਡਰਲ ਐਵੀਏਸ਼ਨ ਅਥਾਰਟੀ ਨੇ ਇਸ ਉੱਡਣ ਵਾਲੀ ਕਾਰ ਜਾਣੀ ਕਿ ਫਲਾਈਂਗ ਕਾਰ ਨੂੰ ਇਸ ਦੇ ਨਿਰਮਾਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਦੱਸੀਏ ਕਿ ਇਸ ਕਾਰ ਨੂੰ ਹਵਾਈ ਜਹਾਜ਼ ਦੇ ਤੌਰ ਤੇ ਵੀ ਮਾਨਤਾ ਜਾਣੀ ਕਿ ਮਨਜ਼ੂਰੀ ਮਿਲ ਗਈ ਹੈ। ਫਿਲਹਾਲ ਇਸ ਨੂੰ ਸੜਕ ਤੇ ਦੌੜਾਉਣ ਦੀ ਮਨਜ਼ੂਰੀ ਨਹੀਂ ਮਿਲੀ, ਪਰ ਜਲਦ ਹੀ ਇਸ ਨੂੰ ਇਹ ਵੀ ਮਨਜ਼ੂਰੀ ਮਿਲ ਜਾਵੇਗੀ। ਫਲਾਈਂਗ ਕਾਰ ਦੇ ਵਿੱਚ 27 ਫੁੱਟ ਚੌੜਾ ਪੱਖਾ ਲੱਗਿਆ ਹੋਇਆ ਹੈ, ਜੋ ਕਿ ਪੋਰਟੇਬਲ ਹੈ, ਜਿਸ ਨੂੰ ਆਸਾਨੀ ਦੇ ਨਾਲ ਇੱਕ ਤੋਂ ਦੂਸਰੀ ਜਗ੍ਹਾ ਲੈ ਕੇ ਜਾਇਆ ਜਾ ਸਕਦਾ ਹੈ। ਇਸ ਉੱਡਣ ਵਾਲੀ ਕਾਰ ਦੇ ਵਿੱਚ 2 ਲੋਕ ਬੈਠ ਸਕਦੇ ਹਨ। ਇਸ ਨੂੰ ਅਗਲੇ ਸਾਲ ਬਾਜ਼ਾਰ ਦੇ ਵਿੱਚ ਲਾਂਚ ਕੀਤਾ ਜਾਵੇਗਾ। ਇਸ ਕਾਰ ਨੂੰ ਹਾਲੇ ਪਾਇਲਟ ਟ੍ਰੇਨਿੰਗ ਇੰਸਟੀਚਿਊਟ ਖਰੀਦ ਵੀ ਸਕਦੇ ਹਨ। 2023 ਦੇ ਵਿੱਚ ਇਸ ਕਾਰ ਨੂੰ ਸੜਕ ਦੇ ਉੱਪਰ ਚਲਾਉਣ ਦੀ ਇਜਾਜ਼ਤ ਵੀ ਮਿਲ ਸਕਦੀ ਹੈ। ਇਸ ਕਾਰ ਦਾ ਪੂਰਾ ਪ੍ਰੋਜੈਕਟ ਅਮਰੀਕਾ ਦੇ ਵਿੱਚ ਤਿਆਰ ਕੀਤਾ ਗਿਆ ਹੈ। ਕੰਪਨੀ ਦੇ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ, ਜਿਸ ਦੇ ਵਿੱਚ ਉਹਨਾਂ ਦੱਸਿਆ ਕਿ ਸਾਡੀ ਟੀਮ ਨੇ ਕਾਫੀ ਮਿਹਨਤ ਕਰਨ ਤੋਂ ਬਾਅਦ ਇਹ ਫਲਾਈਂਗ ਕਾਰ ਬਣਾਈ ਹੈ। ਇਸ ਦੀ 80 ਦਿਨਾਂ ਦੀ ਫਲਾਈਟ ਟੈਸਟਿੰਗ ਵੀ ਹੋ ਚੁੱਕੀ ਹੈ। ਇਸ ਕਾਰ ਦਾ ਵਜ਼ਨ 590 ਕਿਲੋਗ੍ਰਾਮ ਹੈ। ਇਹ ਸਿਰਫ 1 ਮਿੰਟ ਦੇ ਅੰਦਰ ਉਡਾਨ ਭਰਨ ਦੇ ਵਿੱਚ ਸਮਰੱਥਾ ਰੱਖਦੀ ਹੈ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਗੁੱਸਾ ਰਿਪਬਲਿਕਨ ਸੈਨੇਟਰ ਦੇ ਉੱਪਰ ਫੁੱਟਿਆ ਹੈ। ਉਸ ਨੂੰ ਕਠੋਰ ਪੋਲੀਟੀਸ਼ੀਅਨ ਉਹਨਾਂ ਵੱਲੋਂ ਦੱਸਿਆ ਗਿਆ ਹੈ। ਕੀ ਹੈ ਕਾਰਨ ਇਸ ਦਾ, ਦੱਸਾਂਗੇ ਇਸ ਖਬਰ ਦੇ ਵਿੱਚ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਗੁੱਸਾ ਰਿਪਬਲਿਕਨ ਸੈਨੇਟਰ ਮੈਕੋਨਲ ਦੇ ਖਿਲਾਫ ਫੁੱਟਿਆ ਹੈ। ਡੋਨਾਲਡ ਟਰੰਪ ਵੱਲੋਂ ਇਸ ਸੈਨੇਟਰ ਨੂੰ ਜ਼ਿੱਦੀ ਅਤੇ ਕਠੋਰ ਸੁਭਾਅ ਵਾਲਾ ਪੋਲੀਟੀਸ਼ੀਅਨ ਦੱਸਿਆ ਗਿਆ ਹੈ। ਸੈਨੇਟ ਵੱਲੋਂ ਦੂਸਰੀ ਵਾਰ ਇੰਪੀਚਮੈਂਟ ਤੋਂ ਬਰੀ ਹੋਣ ਤੋਂ ਬਾਅਦ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰਿਪਬਲਿਕਨ ਪਾਰਟੀ ਦੇ ਸੀਨੀਅਰ ਨੇਤਾ ਮਿਕ ਦੇ ਉੱਪਰ ਨਿੱਜੀ ਹਮਲਾ ਕੀਤਾ ਹੈ। ਟਰੰਪ ਨੇ ਉਹਨਾਂ ਨੂੰ ਜ਼ਿੱਦੀ ਅਤੇ ਰੁੱਖੇ ਸੁਭਾਅ ਵਾਲਾ ਪੋਲੀਟੀਸ਼ੀਅਨ ਦੱਸਿਆ ਹੈ। ਪਿਛਲੇ ਹਫ਼ਤੇ ਇੰਪੀਚਮੈਂਟ ਦੇ ਮੁਕੱਦਮੇ ਦੇ ਦੌਰਾਨ ਟਰੰਪ ਨੂੰ ਬਰੀ ਕੀਤੇ ਜਾਣ ਦੇ ਪੱਖ ਦੇ ਵਿੱਚ ਇਸ ਰਾਜਨੀਤਿਕ ਨੇਤਾ ਵੱਲੋਂ ਵੋਟਿੰਗ ਕੀਤੀ ਗਈ ਸੀ। ਹਾਲਾਂਕਿ ਉਹਨਾਂ ਅਮਰੀਕੀ ਸੰਸਦ ਤੇ ਹੋਏ ਹਮਲੇ ਦੇ ਲਈ ਉਹਨਾਂ ਨੂੰ ਨੈਤਿਕ ਤੌਰ ਦੇ ਉੱਪਰ ਜ਼ਿੰਮੇਵਾਰ ਠਹਿਰਾਇਆ ਸੀ। ਟਰੰਪ ਅਤੇ ਮੈਕੋਨਲ ਰਿਪਬਲਿਕਨ ਪਾਰਟੀ ਦੇ 2 ਵੱਡੇ ਪੋਲੀਟੀਸ਼ੀਅਨ ਹਨ। ਟਰੰਪ ਦੇ ਬਤੌਰ ਰਾਸ਼ਟਰਪਤੀ 4 ਸਾਲ ਦੇ ਟੈਨਿਓਰ ਦੇ ਦੌਰਾਨ ਦੋਵਾਂ ਨੇਤਾਵਾਂ ਦੇ ਸੰਬੰਧ ਬਹੁਤ ਹੀ ਚੰਗੇ ਰਹੇ, ਪਰ 3 ਨਵੰਬਰ ਦੀਆਂ ਚੋਣਾਂ ਤੋਂ ਬਾਅਦ ਹਾਲਾਤ ਪੂਰੀ ਤਰ੍ਹਾਂ ਬਦਲ ਗਏ। ਟਰੰਪ ਨੇ ਕਿਹਾ ਕਿ ਜੇ ਰਿਪਬਲਿਕਨ ਸੈਨੇਟਰ ਉਹਨਾਂ ਦੇ ਨਾਲ ਰਹਿੰਦੇ ਹਨ ਤਾਂ ਉਹ ਮੁੜ ਤੋਂ ਜਿੱਤ ਨਹੀਂ ਸਕਣਗੇ। ਉਹਨਾਂ ਦੀਆਂ ਕਮੀਆਂ ਦੇ ਕਾਰਨ ਹੀ ਸੈਨੇਟ ਦੇ ਵਿੱਚ ਪਾਰਟੀ ਦੀ ਪਕੜ ਕਮਜ਼ੋਰ ਪੈ ਰਹੀ ਹੈ। ਇੰਪੀਚਮੈਂਟ ਤੋਂ ਬਾਅਦ ਟਰੰਪ ਦਾ ਕਈਆਂ ਦੇ ਉੱਪਰ ਗੁੱਸਾ ਫੁੱਟਿਆ ਤੇ ਅਜਿਹਾ ਹੀ ਗੁੱਸਾ ਉਹਨਾਂ ਦਾ ਰਿਪਬਲਿਕਨ ਸੈਨੇਟਰ ਦੇ ਉੱਪਰ ਵੀ ਫੁੱਟਿਆ ਹੈ, ਜਿਸ ਨੂੰ ਉਹਨਾਂ ਨੇ ਜ਼ਿੱਦੀ ਅਤੇ ਕਠੋਰ ਸੁਭਾਅ ਵਾਲਾ ਪੋਲੀਟੀਸ਼ੀਅਨ ਦੱਸਿਆ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਚੀਨ ਨੂੰ ਚੇਤਾਵਨੀ ਦਿੱਤੀ ਗਈ ਹੈ। ਚੀਨ ਨੂੰ ਚੇਤਾਵਨੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਵਾਸਤੇ ਦਿੱਤੀ ਗਈ ਹੈ। ਉਹਨਾਂ ਵੱਲੋਂ ਹੋਰ ਕੀ ਕਿਹਾ ਗਿਆ, ਦੱਸਾਂਗੇ ਇਸ ਖਬਰ ਦੇ ਵਿੱਚ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਚੀਨ ਨੂੰ ਚੇਤਾਵਨੀ ਜਾਰੀ ਕੀਤੀ ਗਈ ਹੈ। ਇਹ ਚੇਤਾਵਨੀ ਮਨੁੱਖੀ ਅਧਿਕਾਰਾਂ ਦੇ ਉਲੰਘਣ ਦੇ ਕਰਕੇ ਜਾਰੀ ਕੀਤੀ ਗਈ। ਚਾਈਨਾ ਦੇ ਵਿੱਚ ਘੱਟ ਗਿਣਤੀ ਭਾਈਚਾਰੇ ਦੇ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਹੁੰਦਾ ਹੈ, ਇਸ ਤੋਂ ਹਰ ਕੋਈ ਵਾਕਿਫ ਹੈ। ਇਸ ਨੂੰ ਦੇਖਦੇ ਹੋਏ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਚਾਈਨਾ ਨੂੰ ਇਸ ਮੁੱਦੇ ਦੇ ਉੱਪਰ ਚੇਤਾਵਨੀ ਜਾਰੀ ਕੀਤੀ ਹੈ। ਉਹਨਾਂ ਕਿਹਾ ਕਿ ਮਨੁੱਖੀ ਅਧਿਕਾਰਾਂ ਯਾਨੀ ਕਿ ਹਿਊਮਨ ਰਾਈਟਸ ਦੀ ਉਲੰਘਣਾ ਦੀ ਚੀਨ ਨੂੰ ਭਾਰੀ ਕੀਮਤ ਅਦਾ ਕਰਨੀ ਹੋਵੇਗੀ।
ਬਾਈਡਨ ਨੇ ਦੱਸਿਆ ਕਿ ਉਹਨਾਂ ਨੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਆਪਣੇ ਫੋਨ ਕਾਲ ਦੇ ਦੌਰਾਨ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਸੰਬੰਧੀ ਅਮਰੀਕਾ ਦੇ ਰੁਖ ਬਾਰੇ ਦੱਸਿਆ ਹੈ। ਬਾਈਡਨ ਨੇ ਕਿਹਾ ਕਿ ਮੈਂ ਇਹ ਸਪਸ਼ਟ ਕਰ ਰਿਹਾ ਹਾਂ ਕਿ ਅਸੀਂ ਅਤੇ ਹੋਰਨਾਂ ਏਜੰਸੀਆਂ ਤੋਂ ਮਨੁੱਖੀ ਅਧਿਕਾਰਾਂ ਦੇ ਪੱਖ ਦੇ ਵਿੱਚ ਆਵਾਜ਼ ਉਠਾਉਣ ਦੀ ਆਪਣੀ ਭੂਮਿਕਾ ਨਿਭਾਵਾਂਗੇ। ਚਾਈਨਾ ਵਰਲਡ ਲੀਡਰ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਨੂੰ ਹਾਸਲ ਕਰਨ ਦੇ ਲਈ ਅਤੇ ਅਜਿਹਾ ਕਰਨ ਦੇ ਵਿੱਚ ਸਮਰੱਥ ਹੋਣ ਦੇ ਲਈ ਉਹਨਾਂ ਨੂੰ ਹੋਰਨਾਂ ਦੇਸ਼ਾਂ ਦਾ ਭਰੋਸਾ ਹਾਸਲ ਕਰਨਾ ਹੋਵੇਗਾ। ਜਦ ਤੱਕ ਉਹ ਹਿਊਮਨ ਰਾਈਟਸ ਦੇ ਉਲਟ ਸਰਗਰਮੀਆਂ ਦੇ ਵਿੱਚ ਸ਼ਾਮਲ ਹੋਣਗੇ, ਅਜਿਹਾ ਉਹਨਾਂ ਦੇ ਲਈ ਮੁਸ਼ਕਿਲ ਹੋਵੇਗਾ। ਸੋ ਮਨੁੱਖੀ ਅਧਿਕਾਰਾਂ ਦੇ ਮੁੱਦੇ ਦੇ ਉੱਪਰ ਜੋ ਬਾਈਡਨ ਵੱਲੋਂ ਚਾਈਨਾ ਨੂੰ ਘੇਰਿਆ ਗਿਆ ਹੈ, ਜਿਸ ਦੇ ਚੱਲਦਿਆਂ ਉਹਨਾਂ ਨੇ ਚੇਤਾਵਨੀ ਜਾਰੀ ਕੀਤੀ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਕੈਨੇਡਾ ਆਉਣ ਵਾਲਿਆਂ ਦੇ ਉੱਪਰ ਅਪ੍ਰੈਲ 21 ਤੱਕ ਲੱਗੀ ਰੋਕ, ਅਮਰੀਕਾ ਤੋਂ ਆਉਣ ਵਾਲਿਆਂ ਤੇ ਮਾਰਚ ਤੱਕ ਪਾਬੰਦੀ। ਰਾਜ ਗਰੇਵਾਲ ਅਕਤੂਬਰ ਦੇ ਵਿੱਚ ਕਰਨਗੇ ਟ੍ਰਾਇਲ ਦਾ ਸਾਹਮਣਾ, ਰਾਜ ਗਰੇਵਾਲ ਤੇ ਹਨ ਧੋਖਾਧੜੀ ਦੇ ਦੋਸ਼। ਅਮਰੀਕਾ ਦੇ ਵਿੱਚ ਠੰਡ ਦਾ ਕਹਿਰ, ਇਸ ਦੇ ਕਾਰਨ 21 ਲੋਕਾਂ ਦੀ ਮੌਤ, ਟੈਕਸਸ ਦੇ ਮੇਅਰ ਨੇ ਦਿੱਤਾ ਅਸਤੀਫਾ। ਅਲਬਰਟਾ ਨੇ ਐਲਾਨਿਆ ਡਰਾ, 60 ਪੁਆਇੰਟ ਹੇਠਾਂ ਆਇਆ CRS। ਕਿਸ ਨੂੰ ਦਿੱਤੀ ਜਾਵੇਗੀ ਪਹਿਲਾਂ ਵੈਕਸੀਨ, ਮੂਲ ਨਿਵਾਸ ਮਾਮਲਿਆਂ ਬਾਰੇ ਮੰਤਰੀ ਨੇ ਕੀਤਾ ਖੁਲਾਸਾ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।